डिस्कस करन जा रहे हैं सिमेट्रिक रिफ्लेक्सिव ते ट्रांसटिव रिलेशन। इस तो पहला ਆਪਾਂ सिमेट्रिक रिफ्लेक्सिव ते ट्रांसटिव रिलेशन दी कुछ डेफिनेशन कुछ कंडीशंस फाइंड आउट कर लिया सी। बिल्कुल ਉਹਨਾਂ ਦੇ ਬੇਸ ਤੇ ਆਪਾਂ ਨੈਕਸਟ ਕੁਝ ਕੁਐਸਚਨ ਕਰਨ ਜਾ ਰਹੇ ਹਾਂ। ਅੱਜ ਦੇ ਕੁਐਸਚਨ ਕਾਫੀ ਇੰਪੋਰਟੈਂਟ ਨੇ ਜਿਨ੍ਹਾਂ 'ਚ ਸੈੱਟ ਸਾਡੇ ਸੈੱਟ ਬਿਲਡਰ ਫਾਰਮ ਦੀ ਫਾਰਮ 'ਚ ਦਿੱਤਾ ਹੋਏਗਾ ਤੇ ਅਸੀਂ ਚੈੱਕ ਕਰਨਾ ਹੋਏਗਾ ਰਿਫਲੈਕਸਿਵ ਹੈ, ਸਿਮੈਟ੍ਰਿਕ ਹੈ ਜਾਂ ਟ੍ਰਾਂਸਟਿਵ ਹੈ। ਸਭ ਤੋਂ ਪਹਿਲਾਂ ਸਾਨੂੰ ਇਹਨਾਂ ਤਿੰਨਾਂ ਦੀ ਡੈਫੀਨੇਸ਼ਨ ਜ਼ਰੂਰ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ। ਡੇ 1 ਡੇ 2 ਅਗਰ ਕਿਸੇ ਨੇ ਨਹੀਂ ਦੇਖਿਆ ਰਿਲੇਸ਼ਨ ਐਂਡ ਫੰਕਸ਼ਨ ਤਾਂ ਸਭ ਤੋਂ ਪਹਿਲਾਂ ਉਹ ਜ਼ਰੂਰ ਦੇਖੇ ਰਿਲੇਸ਼ਨ ਐਂਡ ਫੰਕਸ਼ਨ ਦਾ ਡੇ 1 ਐਂਡ ਡੇ 2। ਅੱਜ ਦਾ ਟੌਪਿਕ ਬਹੁਤ ਇੰਟਰਸਟਿੰਗ ਰਹਿਣ ਵਾਲਾ ਹੈ ਜੀ, ਨਾਲ ਸਪੋਰਟ ਕਰਦੇ ਰਿਹਾ ਜੀ। शुरू करते हैं आजो जी। सब तो पहले क्वेश्चन की स्टेटमेंट पढ़ते हैं ते उन्हां दे बेस ते आपां दा प्रूफ करांगे। स्टेटमेंट की है, रिलेशन R इन a set Z of all integer। रिलेशन जो डिफाइन करया गया है उन्हें सेट Z of all integer ते लेट अस सी रिलेशन की है। रिलेशन वो सारे ऑर्डर्ड पेयर दे विच है सच दैट इन्हां दोनां दी सबट्रैक्शन की होनी चाहिए है वो इंटीजर होनी चाहिए। मैं रिलेशन ਦੇ ਵਿੱਚ ਰੂਲ ਕੀ ਡਿਫਾਈਨ ਕਰਿਆ ਗਿਆ, ਰਿਲੇਸ਼ਨ 'ਚ ਰੂਲ ਇਹ ਡਿਫਾਈਨ ਕਰਿਆ ਗਿਆ। ਹਾਂਜੀ ਥੋੜੀ ਡਿਸਟਰਬੈਂਸ ਹੋ ਰਹੀ ਸੀ, ਹੁਣ ਸੈਟ। ਰਿਲੇਸ਼ਨ ਰੂਲ ਉਹਨਾਂ ਦੋ ਐਲੀਮੈਂਟਸ ਦੇ ਵਿੱਚ ਡਿਫਾਈਨ ਕਰਿਆ ਗਿਆ, ਦੋਨੋਂ ਇੰਟੀਜਰ ਹੋਣੇ ਚਾਹੀਦੇ ਨੇ ਤੇ ਦੋਨਾਂ ਦੀ ਸਬਟ੍ਰੈਕਸ਼ਨ ਵੀ ਇੰਟੀਜਰ ਹੋਣੀ ਚਾਹੀਦੀ। ਇਹ ਰਿਲੇਸ਼ਨ ਦਾ ਰੂਲ ਹੈ। ਹਾਂਜੀ ਰਿਲੇਸ਼ਨ ਉਹ ਦੋ ਆਰਡਰ ਪੇਅਰ 'ਚ ਆ सच दैट दोनों की सबट्रैक्शन भी की होनी चाहिए इंटीजर। सब तो पहला आप टॉपिक चेक करते हैं रिफ्लेक्सिव। देखो इत्थे आ हुण अज दे टॉपिक से थोड़ी गड़बड़ हो जाएगी। मान लो मैं ना तुहानू एवें नवा रिलेशन दे दिया, नवा रिलेशन ओ दो ए ते बी दे विचकार है सच दैट ए ते बी दा आंसर की बनदा है 6 ते दोनों की होने चाहिए ने z मीन इंटीजर। जस्ट सपोज करो एक नवी डेफिनेशन दे ਤਾਂ ਤੁਸੀਂ ਕਹਿਣਾ ਸਰ ਇੱਥੇ ਨਾ 1 ਤੇ 5 ਚ ਰਿਲੇਸ਼ਨ ਹੈ ਕਿਉਂਕਿ 1 ਤੇ 5 ਪਹਿਲੀ ਕੰਡੀਸ਼ਨ ਵੀ ਮੰਨ ਰਹੇ ਨੇ ਬਿਲੋਂਗ ਟੂ z ਤੇ 1 ਤੇ 5 ਦੂਸਰੀ ਕੰਡੀਸ਼ਨ ਵੀ ਮੰਨ ਰਹੇ ਨੇ ਸਮ 6 ਤੇ 1 5 ਇਨ ਰਿਲੇਸ਼ਨ ਹੈਗੇ ਆ, 2 4 ਵੀ ਰਿਲੇਸ਼ਨ ਚ ਹੈਗੇ ਆ, 7 6 ਵੀ ਰਿਲੇਸ਼ਨ ਚ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਕਿਉਂਕਿ ਉਹ ਕੰਡੀਸ਼ਨ ਨਹੀਂ ਮੰਨ ਰਹੇ। ਤਾਂ ਜੇ ਕਿਸੇ ਨੇ ਰਿਲੇਸ਼ਨ ਚ ਆਣਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਸਾਰੀਆਂ ਰਿਲੇਸ਼ਨ ਦੀਆਂ ਕੰਡੀਸ਼ਨ ਸੈਟੀਸਫਾਈਡ ਕਰਨੀਆਂ ਪੈਣਗੀਆਂ। ਇਹ ਆਪਾਂ ਨੂੰ ਨੋਟ ਕਰਨਾ ਪਏਗਾ। ਹੁਣ ਇੱਥੇ ਸਾਡੇ ਕੁਐਸਚਨ ਦੇ ਵਿੱਚ ਵੀ ਕੁਝ ਕੰਡੀਸ਼ਨ ਦਿੱਤੀ ਹੋਈ ਹੈ। ਦੇਖੋ ਕੀ ਹੈ, ਦੋ ਐਲੀਮੈਂਟ ਰਿਲੇਸ਼ਨ 'ਚ ਹੋਣਗੇ। ਸਭ ਤੋਂ ਪਹਿਲਾਂ ਮੈਂ ਇੱਥੇ ਨਾਂ ਲਿਖਦਾ, ਦੋਨੋਂ ਦੇ ਦੋਨੋਂ Z ਨੂੰ ਬਿਲੋਂਗ ਕਰਨਗੇ, ਦੋਨੋਂ ਇੰਟੀਜਰ ਹੋਣ ਤੇ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੋਵੇ, ਇੰਟੀਜਰ ਹੋਵੇ। ਰੂਲ ਸਮਝ ਆ ਗਿਆ? ਆਰਡਰਡ ਪੇਅਰ ਦੋਨੋਂ ਹੀ ਇੰਟੀਜਰ, ਸਬਟ੍ਰੈਕਸ਼ਨ ਵੀ ਇੰਟੀਜਰ। ਰਿਫਲੈਕਸਿਵ ਦਾ मीनिंग ਕੀ ਹੁੰਦਾ ਹੈ? मैं ब्रैकेट लिख देना, अगर सारे एलिमेंट ले लो सेट चो ए दी जगह ते की z ता x शुड बिलोंग टू r। यही रिफ्लेक्सिव होता है। रिफ्लेक्सिव का मतलब कितना 1 1 रिलेशन च होन, 2 2 रिलेशन च होन, 3 3 हर एक सेम रिलेशन च होए। मैं तुहानू एक गल दसना सुनो, अगर आ होना चाहिए है अगर x बिलोंग कर रहा होवे z नु ਤੇ दूसरा x भी सेम है तो वो भी किनु बिलोंग कर रहा है z ਨੂੰ। सुनो x बिलोंग टू z, x बिलोंग टू z। देखो इन्हां दोनों की सबट्रैक्शन जो आएगी, मीन दोनों की सबट्रैक्शन जो आएगी की आएगा 0 ते 0 की है इंटीजर है। इट मीन ये दोनों नंबर z ਨੂੰ बिलोंग कर रहे ने ते इन्हां दोनों की सबट्रैक्शन 0 वो भी की है इंटीजर है। अगर मैं गल करा कि पहली कंडीशन मान रहे हैं दोनों z ਨੂੰ y ਦੀ ਜਗ੍ਹਾ ਤੇ x ਤੇ ਦੋਨਾਂ ਦੀ ਸਬਟ੍ਰੈਕਸ਼ਨ ਕੀ ਆ ਰਹੀ ਹੈ, ਇੰਟੀਜਰ। ਇਟ ਮੀਨ ਇਹ ਦੋਨੋਂ ਕੰਡੀਸ਼ਨਾਂ ਫੋਲੋ ਕਰ ਰਹੇ ਨੇ। ਅਗਰ ਕੋਈ ਜਣਾ ਦੋਨੋਂ ਕੰਡੀਸ਼ਨਾਂ ਫੋਲੋ ਕਰੇ ਇਟ ਮੀਨ ਇਹ ਜਿਹੜੇ ਪੇਅਰ ਬਣਿਆ ਹੈ ਇਹ ਰਿਲੇਸ਼ਨ 'ਚ ਵੈਲਿਡ ਆਏਗਾ। ਕੋਈ ਵੀ ਪੇਅਰ ਰਿਲੇਸ਼ਨ 'ਚ ਕਦੋਂ ਆਉਂਦਾ ਅਗਰ ਉਹ ਦੋਨੋਂ ਦੀਆਂ ਦੋਨੋਂ ਕੰਡੀਸ਼ਨ ਸੈਟੀਸਫਾਈ ਕਰੇ। ओके तो अगर आ गया इट मीन ये साडा रिलेशन की हो गया, रिफ्लेक्सिव हो गया। कम टू नेक्स्ट रिफ्लेक्सिव तो बाद नंबर 2 रिलेशन का नाम है सिमेट्रिक। सिमेट्रिक च की होता है, सिमेट्रिक एवें होता है, मैं साइड पे लिखता, अगर x y किते रिलेशन च हो जान, अगर x y हो जान तो फिर मैनू y x भी रिलेशन च चाहिए ने। सिमेट्री ये कहता है जे 1 2 है तो 2 1 चाहिए, जे 1 3 है तो 3 1 चाहिए। इतने बड़े ध्यान ना सुने जे क्वेश्चन बहुत टफ होने वाला है।
ਐਜ਼ ਕੰਸੀਡਰ ਤੁਸੀਂ ਪਹਿਲੀ ਗੱਲ ਕਰਨੀ ਹੁੰਦੀ ਹੈ। ਸਿਮੈਟ੍ਰਿਕ ਦਾ ਮਤਲਬ ਪਹਿਲੀ ਗੱਲ ਮੰਨ ਕੇ ਦੂਜਾ ਰਿਜ਼ਲਟ ਬਣ ਜਾਣਾ ਚਾਹੀਦਾ ਹੈ। ਕੰਸੀਡਰ x y ਬਿਲੋਂਗ ਟੂ r। ਹੁਣ ਦੇਖਦੇ ਹਾਂ ਕਿਹਨੂੰ ਬਿਲੋਂਗ ਕਰ ਰਿਹਾ, x y ਬਿਲੋਂਗ ਟੂ r। ਜੇ x y r ਨੂੰ ਬਿਲੋਂਗ ਕਰ ਰਿਹਾ ਹੈ, ਦੇਖੋ ਇੱਥੋਂ ਮੈਂ ਕਰ ਰਿਹਾ ਸ਼ੁਰੂਆਤ ਸਟਾਰਟ, ਇੱਥੇ ਮੈਂ ਸਟਾਰਟ ਡਾਟ ਪਾਤਾ। ਸੋਲਵ ਕਰਦੇ ਕਰਦੇ ਮੈਂ ਇਹ ਦਿਖਾਣਾ ਹੈ yx ਆਲਸੋ ਬਿਲੋਂਗ ਟੂ r। ਪਹਿਲੀ ਗੱਲ ਮੰਨ ਰਿਹਾ ਕੰਸੀਡਰ x y ਬਿਲੋਂਗ ਟੂ r। ਕਿਸੇ ਤਰੀਕੇ ਨਾਲ ਸੋਲਵ ਕਰਕੇ ਮੈਂ ਐਂਡ ਤੇ ਕਹਿਦਾ yx ਆਲਸੋ ਬਿਲੋਂਗ ਟੂ r। ਇਟ ਮੀਨ ਇਹ ਕੀ ਹੋ ਗਿਆ, ਸਿਮੈਟਰੀ। ਸਿਮੈਟਰੀ ਹੁੰਦਾ ਅਗਰ a b ਬਿਲੋਂਗ ਟੂ r ਮੰਨ ਲਓ, b a ਬਿਲੋਂਗ ਟੂ r ਬਣਾ। ਹੁਣ ਦੇਖੋ x y ਕਿਹਨੂੰ ਬਿਲੋਂਗ ਕਰ ਰਿਹਾ, r। ਜੇ x y r ਦੇ ਵਿੱਚ ਹੈ ਇਟ ਮੀਨ x y r ਦੀਆਂ ਕੰਡੀਸ਼ਨ ਫੋਲੋ ਕਰਦਾ ਹੈ। ਮੈਂ ਸਿੱਧੇ ਸ਼ਬਦਾਂ 'ਚ ਗੱਲ ਕਰਦਾ, ਜੇ ਕੋਈ r 'ਚ ਹੈ ਤਾਂ ਉਹ r ਦੀਆਂ ਕੰਡੀਸ਼ਨ ਫੋਲੋ ਕਰਦਾ ਹੈ, ਤੇ ਜੇ ਕੋਈ r 'ਚ ਆਣਾ ਚਾਹੁੰਦਾ ਹੈ ਤਾਂ ਉਹਨੂੰ r ਦੀਆਂ ਕੰਡੀਸ਼ਨ ਫੋਲੋ ਕਰਨੀਆਂ ਪੈਣਗੀਆਂ। ਇਹ r ਦੇ ਵਿੱਚ ਹੈ, ਇਟ ਮੀਨ ਅਗਰ ਇਹ r 'ਚ ਹੈ ਇਹਦਾ ਮਤਲਬ ਜੇ r 'ਚ ਇਹਦਾ ਮਤਲਬ ਇਹਦੇ 'ਚ ਯੂਜ਼ ਹੋਣ ਵਾਲੇ ਦੋਨੋਂ ਦੇ ਦੋਨੋਂ ਹੀ ਕੀ ਹੈਗੇ ਨੇ, ਇੰਟੀਜ਼ਰਸ ਨੇ, ਤੇ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੈ, ਇੰਟੀਜ਼ਰ। ਅਗਰ ਇਹ r 'ਚ ਹੈ, ਇਸ ਤੋਂ ਪਤਾ ਲੱਗਿਆ ਜੇ ਰਿਲੇਸ਼ਨ 'ਚ ਹੈਗੇ ਨੇ ਇਹਦਾ ਮਤਲਬ ਇਹ ਰਿਲੇਸ਼ਨ 'ਚ ਤਾਂ ਹੋਣਗੇ ਕਿਉਂਕਿ ਇਹ ਦੋਨੋਂ ਇੰਟੀਜ਼ਰ ਹੋਣਗੇ। ਜੇ ਹੈ ਤਾਂ ਫਿਰ ਇਹ ਕੰਡੀਸ਼ਨ ਵੀ ਤਾਂ ਬਣਦਾ ਹੈ ਦੋਨੋਂ ਇੰਟੀਜ਼ਰ ਨੇ, ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਇੰਟੀਜ਼ਰ। ਤੁਸੀਂ ਦੇਖੋ ਜੇ x ਤੇ y ਇੰਟੀਜ਼ਰ ਨੇ, ਕਿ y ਤੇ x ਵੀ ਇੰਟੀਜ਼ਰ ਹੋਣਗੇ ਕਿ ਨਹੀਂ ਹੋਣਗੇ, ਬਿਲਕੁਲ। ਜੇ 1 ਤੇ 2 ਇੰਟੀਜ਼ਰ ਹੈ ਤਾਂ 2 1 ਵੀ ਤੇ ਇੰਟੀਜ਼ਰ ਹੋਣਗੇ। x y ਇੰਟੀਜ਼ਰ ਹੈ ਤਾਂ ਘੁਮਾਤਾ y। ਜੇ ਇਹਨਾਂ ਦੋਨਾਂ ਨੂੰ ਸਬਟ੍ਰੈਕਟ ਕਰੇ ਇੰਟੀਜ਼ਰ ਬਣਦਾ ਹੈ ਤੇ ਇਹਨੂੰ ਮਾਈਨਸ ਨਾਲ ਗੁਣਾ ਕਰ ਦੋ, ਤੇ ਇੰਟੀਜ਼ਰ ਨੂੰ ਮਾਈਨਸ ਨਾਲ ਗੁਣਾ ਕਰੋ, ਇੰਟੀਜ਼ਰ ਨੂੰ ਮਾਈਨਸ ਨਾਲ ਗੁਣਾ ਕਰੋ, ਉਹ ਵੀ ਤਾਂ ਇੰਟੀਜ਼ਰ ਹੀ ਆਉਂਦਾ। ਅਗਰ 2 ਇੰਟੀਜ਼ਰ ਹੈ ਤਾਂ -2 ਇੰਟੀਜ਼ਰ ਹੈ, 7 ਇੰਟੀਜ਼ਰ ਹੈ ਤਾਂ -7। ਇੱਕ ਮਿੰਟ, ਇਹ ਰਿਲੇਸ਼ਨ 'ਚ ਹੈ, ਜੇ ਇਹ ਰਿਲੇਸ਼ਨ 'ਚ ਹੈ ਤੇ ਮੈਂ ਇਹ ਰਿਲੇਸ਼ਨ ਦੀ ਕੰਡੀਸ਼ਨ ਮੰਨਦਾ ਹੈ। ਪਹਿਲੀ ਕੰਡੀਸ਼ਨ ਕੀ ਸੀ ਰਿਲੇਸ਼ਨ 'ਚ, ਦੋਵੇਂ ਇੰਟੀਜ਼ਰ ਹੋਣ ਤੇ ਦੋਨਾਂ ਦੀ ਸਬਟ੍ਰੈਕਸ਼ਨ। x y ਇੰਟੀਜ਼ਰ ਮੈਂ ਉਲਟਾ ਕਰਤਾ yx ਵੀ ਇੰਟੀਜ਼ਰ। ਹੁਣ ਇਹਨੂੰ ਬੜੇ ਧਿਆਨ ਨਾਲ ਦੇਖੋ, ਆ ਲਾਈਨ ਨੂੰ ਬੜੇ ਧਿਆਨ ਨਾਲ ਦੇਖੋ, ਇਹ ਕੀ ਕਹਿ ਰਿਹਾ, ਦੋ y ਤੇ x ਇੰਟੀਜ਼ਰ ਨੇ, ਦੋਨਾਂ ਦੀ ਸਬਟ੍ਰੈਕਸ਼ਨ ਵੀ ਇੰਟੀਜ਼ਰ ਹੈ। ਇਹਨੂੰ ਦੇਖੋ, ਅਗਰ ਦੋ ਨੰਬਰ ਇੰਟੀਜ਼ਰ ਨੇ, ਦੋਨਾਂ ਦੀ ਸਬਟ੍ਰੈਕਸ਼ਨ ਵੀ ਇੰਟੀਜ਼ਰ ਹੈ। अगर कोई दो नंबर इंटीजर ने, दोनों की सबट्रैक्शन भी इंटीजर है, इट मीन कि ये दोनों रिलेशन च होंगे। रिलेशन च कौन होंगे ने, एक्स वाई। जो दोनों गल्लां मनन, इत्थे एक्स वाई दे बजाय कौन गल मान रहा है, वाई एक्स। इट मीन वाई एक्स रिलेशन च लैन दा स्टार्ट कित्थों करिया सी, एक्स वाई बिलोंग टू आर, एंट्री किते च आ गई वाई एक्स बिलोंग टू आर। इत्थों की कह सकते हैं, इट इज सिमेट्रिक। थोड़ा जिहा तुहानूं टफ लग सकता है, लेकिन आप इनके 3-4 एग्जांपल करांगे तो तुहानूं बहुत वधिया समझ आ जाएगा। पार्ट नंबर 3 किवें करते हैं, सिमेट्रिक नहीं हुण आपां ट्रांसटिव करना है। तां ट्रांसटिव वास्ते की करना पैंदा है, ट्रांसटिव वास्ते दो थ्योरीज मननियां पैंदियां ने, दो हाइपोथेसिस कंसीडर करने पैंदे ने, एक हाइपोथेसिस बनाना पैंदा है। की कंसीडर करते हैं मैं दसां, अगर x y बिलोंग टू r मनना है, y z बिलोंग टू r मनना है, ਤੇ ਪ੍ਰੂਫ ਕੀ ਕਰਨਾ ਹੈ, x z ਬਿਲੋਂਗ ਟੂ r। ਇਹ ਅਸੀਂ ਪ੍ਰੂਫ ਕਰਨਾ ਹੈ। ਦੇਖਿਆ ਜੀ x y ਮੰਨਣਾ ਹੈ, y z ਮੰਨਣਾ ਹੈ, x z ਪ੍ਰੂਫ ਕਰਨਾ ਹੈ। ਆਹੀ ਤਾਂ ਟ੍ਰਾਂਸਟਿਵ ਹੁੰਦਾ ਹੈ। ਆ ਦੋ ਮੰਨ ਕੇ ਤੀਜਾ ਬਣਾਉਣਾ ਹੈ। ਤੁਸੀਂ ਕੰਸੀਡਰ ਕਰ ਲਓ ਐਜ਼ x y ਬਿਲੋਂਗ ਟੂ r ਐਂਡ y z ਬਿਲੋਂਗ ਟੂ r। ਤੁਸੀਂ ਇਹ ਕਹਿ ਰਹੇ ਹੋ ਸਰ ਜੇ x y ਬਿਲੋਂਗ ਟੂ r ਕਰ ਰਿਹਾ, y z ਬਿਲੋਂਗ ਟੂ, ਜੇ ਦੋਨੋਂ r ਨੂੰ ਬਿਲੋਂਗ ਕਰ ਰਹੇ ਨੇ, ਦੇਖੋ ਜੇ ਬਿਲੋਂਗ ਕਰਦੇ ਨੇ ਤਾਂ ਕੰਡੀਸ਼ਨ ਮੰਨਦੇ ਨੇ, ਤੇ ਜੇ ਕਿਸੇ ਨਵੇਂ ਨੇ ਕੰਡੀਸ਼ਨ ਮੰਨ ਲਈ ਤਾਂ ਉਹ ਬਿਲੋਂਗ ਕਰਦਾ ਹੈ। ਜੇ ਐਲੀਮੈਂਟ ਅੰਦਰ ਹੈ ਤਾਂ ਕੰਡੀਸ਼ਨ ਮੰਨਦਾ ਹੈ, ਤੇ ਜੇ ਕਿਸੇ ਐਲੀਮੈਂਟ ਨੇ ਅੰਦਰ ਆਣਾ ਹੈ ਤਾਂ ਉਹਨੂੰ ਕੰਡੀਸ਼ਨ ਮੰਨਣੀ ਪੈਣੀ ਹੈ। ਹੁਣ ਦੇਖੋ ਇਹ ਦੋਵੇਂ ਐਲੀਮੈਂਟ ਮੰਨ ਰਹੇ ਹਨ, ਇਹ ਰਿਲੇਸ਼ਨ 'ਚ ਹੈ, ਇਟ ਮੀਨ ਜੇ ਰਿਲੇਸ਼ਨ 'ਚ ਹੈ ਦੋਨੋਂ ਦੇ ਦੋਨੋਂ ਕੀ ਹੋਣਗੇ, ਇੰਟੀਜ਼ਰ ਹੋਣਗੇ। ਤੇ ਦੂਸਰੀ ਗੱਲ, ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੋਵੇਗੀ, ਇੰਟੀਜ਼ਰ ਹੋਵੇਗੀ। ਦੇਖੋ ਇਹ ਜੇ ਰਿਲੇਸ਼ਨ 'ਚ ਹੈਗੇ ਨੇ ਤਾਂ ਇਹਨਾਂ ਨੇ ਰਿਲੇਸ਼ਨ ਦੀ ਕੰਡੀਸ਼ਨ ਵੀ ਮੰਨ ਲਈ। ਇੱਥੇ ਮੈਂ ਪਾਤਾ ਜਾਣ ਕੇ ਸੋਲਿਡ ਜਿਹਾ ਕਰਕੇ ਐਂਡ। yz ਬਿਲੋਂਗ ਟੂ r, yz ਬਿਲੋਂਗ ਟੂ r, ਅਗਰ yz r ਨੂੰ ਬਿਲੋਂਗ ਕਰਦੇ ਨੇ, ਇਹਦਾ ਮਤਲਬ y ਤੇ z ਦੋਵੇਂ ਰਿਲੇਸ਼ਨ 'ਚ ਹੈਗੇ ਨੇ। ਸੌਰੀ y ਤੇ z ਦੋਨੋਂ ਕੀ ਨੇ, ਇੰਟੀਜ਼ਰ। ਅਗਰ ਰਿਲੇਸ਼ਨ 'ਚ ਹੈ ਤਾਂ ਇੰਟੀਜ਼ਰ ਨੇ,
ਨਾਲ ਕਿ ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੈਗੀ ਹੈ ਇੰਟੀਜਰ। ਤਾਂ ਤੁਸੀਂ ਇਹਨੂੰ ਦੇਖੀਏ ਕਿਵੇਂ ਦੇਖ ਕਿਵੇਂ ਰਹੇ ਤੁਸੀਂ ਐਵੇਂ ਦੇਖ ਰਹੇ ਹੋ ਅਗਰ ਕੋਈ ਐਲੀਮੈਂਟ ਰਿਲੇਸ਼ਨ 'ਚ ਹੈ ਤਾਂ ਇਹਨੇ ਰਿਲੇਸ਼ਨ ਦੀ ਕੰਡੀਸ਼ਨ ਵੀ ਮੰਨ ਲਈ ਹੈ, ਅਗਰ ਦੂਸਰਾ ਐਲੀਮੈਂਟ ਰਿਲੇਸ਼ਨ 'ਚ ਹੈ ਤਾਂ ਉਹਨੇ ਦੂਸਰੇ ਨੇ ਕੰਡੀਸ਼ਨ ਵੀ ਮੰਨ ਲਈ ਹੈ। ਹੁਣ ਇਹਨਾਂ ਨੂੰ ਕੰਬਾਈਨ ਕਰ ਰਿਹਾ, ਦੇਖਿਆ ਇਹ ਕੀ ਕਰ ਰਿਹਾ, x y ਵੀ ਇੰਟੀਜਰ y z ਵੀ ਇੰਟੀਜਰ, ਸਿੱਧਾ ਬੋਲਣਾ x y z ਤਿੰਨੋਂ ਦੇ ਤਿੰਨੋਂ ਕੀ ਹੈਗੇ ਨੇ ਇੰਟੀਜਰ ਹੈਗੇ ਨੇ, ਇਹ ਵੀ ਇੰਟੀਜਰ ਇਹ ਵੀ ਇੰਟੀਜਰ, ਇਕੱਠਾ ਲਿਖਤਾ ਕਾਮਾ ਪਾ ਕੇ x y ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੈ ਇੰਟੀਜਰ ਤੇ ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਵੀ ਕੀ ਹੈ ਇੰਟੀਜਰ। ਠੀਕ ਹੈ ਜੀ। ਹੁਣ ਇੱਕ ਮਿੰਟ ਧਿਆਨ ਨਾਲ ਸੁਣਿਆ ਜੀ, अगर तीनों इंटीजर ने मैं z ਨੂੰ छोड़दा आ भी इंटीजर चलो लिख देंगे अगर ਤੁਹਾਨੂੰ कंफ्यूजन है ਤਾਂ अगर ਇਹ ਵੀ इंटीजर है दोनों ਨੂੰ माइनस करें ਇਹ भी इंटीजर है ਇਹਨਾਂ ਨੂੰ जोड़ दो ਇਹ भी इंटीजर प्लस ਇਹ भी इंटीजर दो इंटीजर ਨੂੰ सम कर रहे हैं दो इंटीजर ਨੂੰ ਜਦੋਂ सम ਕਰਾਂਗੇ जो आंसर आएगा वो भी दो इंटीजर ही आएगा। अगर दो इंटीजर ਨੂੰ ਆਪਾਂ सम कर रहे हैं ਤਾਂ ਉਹਦਾ सबट्रैक्शन ਜਦੋਂ सॉल्व करांगे वो भी तो इंटीजर ही आएगा। मैं y छोड़ रहा हूं x भी इंटीजर है z भी इंटीजर है, y कैंसिल आउट आ गया था x z भी की बन गया इंटीजर। ये देखो ये रूल बन गया, रूल की है इनको फॉलो करो भी दो एलिमेंट भी इंटीजर ने इन्ना दोनों की सबट्रैक्शन भी इंटीजर है जे एलिमेंट भी इंटीजर होण ਉਹਨਾਂ ਦੀ सबट्रैक्शन भी इंटीजर होवे ਤਾਂ ਤੁਸੀਂ ਕੀ ਕਹਿ ਸਕਦੇ ਹੋ ਇਹ ਦੋਨੋਂ एलिमेंट ਕਿਹਨੂੰ ਬਿਲੋਂਗ ਕਰ ਰਹੇ ਨੇ R ਨੂੰ ਬਿਲੋਂਗ ਕਰ ਰਹੇ ਨੇ। ਦੋ एलिमेंट भी सेट ਨੂੰ ਬਿਲੋਂਗ ਕਰ ਰਹੇ ਨੇ ਉਹਨਾਂ ਦੀ सबट्रैक्शन भी ਉਹਨੂੰ ਬਿਲੋਂਗ ਕਰ ਰਹੀ ਹੈ। ਇਟ ਮੀਨ ਦੋਨੋਂ ਸੈੱਟ ਕਿਹਨੂੰ ਬਿਲੋਂਗ ਕਰ ਰਹੇ ਨੇ R ਨੂੰ ਬਿਲੋਂਗ ਕਰ ਰਹੇ ਨੇ। ਹੋ ਕੀ ਗਿਆ ਸੀ x y ਮੰਨਿਆ y z ਮੰਨਿਆ x z ਐਂਟਰੀ ਕਰਵਾ ਦਿੱਤੀ ਤਾਂ ਇਹ ਰਿਲੇਸ਼ਨ ਨੂੰ ਕੀ ਬੋਲਾਂਗੇ ਇਹ ਸਾਡਾ ਰਿਲੇਸ਼ਨ ਕੀ ਬਣ ਗਿਆ ट्रांजिटिव। रिफ्लेक्सिव भी है सिमेट्रिक भी है ते ट्रांजिटिव भी है। अगर कोई पूछे कि ये रिलेशन इक्विवेलेंस रिलेशन है एंड ते कह सकते यस इट इज इक्विवेलेंस रिलेशन। इक्विवेलेंस रिलेशन होता है जो रिफ्लेक्सिव सिमेट्रिक ते ट्रांजिटिव तीनों कंडीशन फॉलो करे, बिल्कुल ये तीनों कंडीशन फॉलो कर रहा है तो इन्हों ट्रांजिटिव भी कह सकते हो इक्विवेलेंस भी कह सकते हो। हाँ जी क्वेश्चन नंबर 2 देखते हैं कि कहते शो करो ये जेड़ा रिलेशन डिफाइन करया है इक्विवेलेंस रिलेशन है। इक्विवेलेंस रिलेशन बड़ा इंपॉर्टेंट रिलेशन है। देखते हैं इक्विवेलेंस बनना किवें है, देखिए शुरू करिए। ओके अगर किसी ने कमेंट नहीं करा नीचे कमेंट जरूर कर दिया करो, चैनल को सब्सक्राइब नहीं करा तो जरूर कर दो। हाँ जी प्रूफ शुरू करते हैं। आर पहला रिलेशन देख लो की है आर इज अ रिलेशन वो ए ते बी दे विचकार है डिफाइंड ऑन सेट z। मैं इथे लिख देना भी a ते b दोनों ही की ने बिलोंग टू z मीन इंटीजर है, दो एलिमेंट बिलोंग टू z मीन दोनों इंटीजर है। रूल की है 2 की करता होना चाहिए डिवाइड्स करता होना चाहिए इन्हां दोनों दी सबट्रैक्शन नु डिवाइड करता होना चाहिए 2 इन्हां दी सबट्रैक्शन में जिवें आ 4 आ जावे वैसे की गल दसना जेड़ा 2 है ना वो डिवाइड करता है 0 नु 2 0 नु डिवाइड करता 0 नु 2 डिवाइड 4 ਨੂੰ ਵੀ ਕਰਦਾ ਹੈ 2 ਡਿਵਾਈਡ 6 ਨੂੰ ਵੀ ਕਰਦਾ ਹੈ 2 ਡਿਵਾਈਡ 8 ਨੂੰ ਵੀ ਕਰਦਾ ਹੈ। ਅੱਛਾ 2 ਡਿਵਾਈਡ -8 ਨੂੰ ਵੀ ਕਰਦਾ ਹੈ 2 ਡਿਵਾਈਡ -4 ਨੂੰ ਵੀ ਕਰਦਾ ਹੈ 2 0 ਨੂੰ ਵੀ ਡਿਵਾਈਡ ਕਰਦਾ ਹੈ 4 ਨੂੰ -4 ਨੂੰ 6 ਨੂੰ -6 ਨੂੰ -8 ਨੂੰ ਸਭ ਨੂੰ ਡਿਵਾਈਡ ਕਰਦਾ ਹੈ। ਕਿਤੇ ਵੀ ਜ਼ਰੂਰਤ ਹੋਵੇ ਤਾਂ ਇਹਦੀ ਹੈਲਪ ਲਾਂਗੇ ਤੇ ਸ਼ੋ ਕਰਨਾ ਹੈ ਕੀ ਹੈ ਇਕੁਇਵਲੈਂਸ ਰਿਲੇਸ਼ਨ। ਇਕੁਇਵਲੈਂਸ ਵਾਸਤੇ ਅਸੀਂ ਤਿੰਨੇ ਰਿਲੇਸ਼ਨ ਟਰੂ ਕਰਨੇ ਆ। ਸਭ ਤੋਂ ਪਹਿਲਾਂ ਦੀ ਸ਼ੁਰੂਆਤ ਕਰਦੇ ਹਾਂ ਰਿਲੇਸ਼ਨ ਦਾ ਨਾਮ ਕੀ ਹੈ ਰਿਫਲੈਕਸਿਵ। रिफ्लेक्सिव रिलेशन किवें शो करांगे देखो दसो जी रिफ्लेक्सिव किवें शो करांगे। सब तो पहला काम है रिफ्लेक्सिव दी डेफिनेशन साइड पे लिख देने हैं कॉर्नर इथे मैं ब्रैकेट बॉक्स जिहा बना देना करना बॉक्स से लिख दूंगा। रिफ्लेक्सिव के अंदर फॉर ऑल ए बिलोंग टू सेट की z ए रिलेशन च होने चाहिए हैं। हां जी हुण तुसीं दसो रिलेशन च कौन आता है बड़े ध्यान नाल सुनिया जे क्वेश्चन टफ है। रिलेशन च वो दो एलिमेंट आण के जिन्ना जो दोनों ही पहला भी दूसरा भी दोनों ही इंटीजर हों रिलेशन से वो पेयर आएगा पहले का दोनों ही इंटीजर होने चाहिए ते 2 इन्हां दोनों दी सबट्रैक्शन नु डिवाइड करना चाहिए। अगर मैं एक गल दसा एज a बिलोंग टू इंटीजर ले लिया a बिलोंग टू इंटीजर में कोई मर्जी इंटीजर ले लिया पहला भी है दूसरा भी है ठीक है जी b दी जगह ते a ले लिया ते एक गल दसा 2 जेड़ा है कि वो 2 डिवाइड्स करता है a - a यानी कि 0 b दी जगह ते भी a दी जगह
कि दसो अगर दो एलिमेंट दोनों ही ए ले लिए इंटीजर ਤਾਂ ਕਿ 2 ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਨੂੰ ਡਿਵਾਈਡ ਕਰਦਾ ਮੀਨ ਕਿ 2 0 ਨੂੰ ਡਿਵਾਈਡ ਕਰਦਾ ਹੈ। ਹਾਂਜੀ 2 0 ਨੂੰ ਡਿਵਾਈਡ ਕਰਦਾ ਹੈ ਮੀਨ ਪਹਿਲੀ ਗੱਲ ਵੀ ਮੰਨੀ ਕਿ ਵੀ ਦੋਨੋਂ ਇੰਟੀਜਰ ਲੈ ਲਿਆ ਤੇ 2 ਇਹਨਾਂ ਦੋਨਾਂ ਦੀ ਸਬਟ੍ਰੈਕਸ਼ਨ ਨੂੰ ਵੀ ਡਿਵਾਈਡ ਕਰ ਦਿੱਤਾ। ਅਗਰ ਕੋਈ ਜਣਾ ਕੰਡੀਸ਼ਨ ਮੰਨ ਲੈਂਦਾ ਹੈ ਤਾਂ ਇਟ ਮੀਨ ਇਹ ਐਲੀਮੈਂਟ ਕੌਣ a, a ਰਿਲੇਸ਼ਨ 'ਚ ਆ ਜਾਏਗਾ। ਕਿਸੇ ਨੇ ਰਿਲੇਸ਼ਨ 'ਚ ਆਣਾ ਤਾਂ ਸਭ ਤੋਂ ਪਹਿਲਾਂ ਅਗਰ ਕੋਈ ਕਿਸੇ ਦਿਨ ਮੈਨੂੰ ਕਹੇ ਸਰ 7 8 ਨੂੰ ਰਿਲੇਸ਼ਨ 'ਚ ਰੱਖ ਦੋ, ਮੈਂ ਕਹਾਂਗਾ ਅਗਰ 7 8 ਰਿਲੇਸ਼ਨ 'ਚ ਰਹਿਣਾ ਚਾਹੁੰਦਾ ਤਾਂ ਪਹਿਲਾਂ 7 8 ਰਿਲੇਸ਼ਨ ਦੀਆਂ ਕੰਡੀਸ਼ਨ ਫੋਲੋ ਕਰੇ। ਅਗਰ a ਰਿਲੇਸ਼ਨ 'ਚ ਰਹਿਣਾ ਚਾਹੁੰਦਾ ਪਹਿਲਾਂ ਦੱਸੋ a ਨੇ ਰਿਲੇਸ਼ਨ ਦੀਆਂ ਕੰਡੀਸ਼ਨ ਆ ਰਹੀਆਂ ਦੋਵੇਂ ਕੰਡੀਸ਼ਨ ਫੋਲੋ ਕਰੀਏ। ਅਗਰ ਕੰਡੀਸ਼ਨ ਫੋਲੋ ਹੋ ਗਈਆਂ a ਰਿਲੇਸ਼ਨ 'ਚ ਆ ਜਾਵੇ ਇਟ ਮੀਨ ਇਹ ਕੀ ਹੁੰਦਾ ਹੈ ਰਿਫਲੈਕਸਿਵ। ਤਾਂ ਰਿਫਲੈਕਸਿਵ ਰਿਲੇਸ਼ਨ ਕਿਹੜਾ ਹੁੰਦਾ ਹੈ ਜਦੋਂ 1 1 ਰਿਲੇਸ਼ਨ 'ਚ ਆ 2 2 3 3 4 4 5 5 ਸਾਰੇ ਦੇ ਸਾਰੇ ਰਿਲੇਸ਼ਨ 'ਚ ਆ ਜਾਣ। ਕੁਐਸਚਨ ਨੰਬਰ 2 ਹਾਂਜੀ ਰਿਫਲੈਕਸਿਵ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਿਮੈਟ੍ਰਿਕ ਦੀ। ਸਿਮੈਟ੍ਰਿਕ ਦਾ ਮਤਲਬ ਹੁੰਦਾ ਹੈ AB ਰਿਲੇਸ਼ਨ 'ਚ ਮੰਨਾਂਗੇ BA ਨੂੰ ਰਿਲੇਸ਼ਨ 'ਚ ਲੈ ਕੇ ਜਾਵਾਂਗੇ। ਤਾਂ ਸ਼ੁਰੂਆਤ ਕਰੋ ਕੰਸੀਡਰ ਬੜੇ ਧਿਆਨ ਨਾਲ ਦੇਖਿਆ ਜੀ ਕੁਐਸਚਨ ਟਫ ਨਹੀਂ। ਕੰਸੀਡਰ AB ਬਿਲੋਂਗ ਟੂ R। AB ਰਿਲੇਸ਼ਨ 'ਚ ਮੰਨ ਰਹੇ ਹੋ ਕੀ ਮੰਨ ਰਹੇ ਹੋ AB ਰਿਲੇਸ਼ਨ 'ਚ ਮੰਨ ਰਹੇ ਹੋ। ਅਗਰ AB ਰਿਲੇਸ਼ਨ 'ਚ ਹੈ ਤਾਂ ਫਿਰ ਦੱਸੋ ਕਿ अगर ए बी रिलेशन से है इट मीन ये दोनों दे दोनों ही इंटीजर ने। ए बी रिलेशन से है अगर ए बी रिलेशन से है तो ए बी रिलेशंस वाली सारियां कंडीशन फॉलो करेगा। कंडीशन की इफ ए बी बिलोंग टू आर देन ए बी दोनों जेड ने एंड जो 2 है वो कंफर्म श्योरली डिवाइड करता होएगा इन्हां दोनों दी सबट्रैक्शन। हाँ जी नेक्स्ट शुरू करते हैं। अगर a b इंटीजर है तो कि b a इंटीजर नहीं होंगे। अगर 1 2 इंटीजर है तो 2 1 भी इंटीजर है उल्ट पुल्ट करा इंटीजर इंटीजर ही रह जाएंगे। अगर a इंटीजर है तो a भी तो इंटीजर है एंड अगर 2 इनू डिवाइड करता है तो 2 इना तो उल्ट नु भी तो करेगा। जस्ट सपोज करो इनका आंसर आ गया 8 इनु माइनस नाल गुना कर दो ताकि 2 डिवाइड इना दी माइनस कि 2b माइनस a नु डिवाइड ना करेगा। जस्ट सपोज करो इनका आंसर 8 आ गया तो 8 ही आ जाएगा माइनस 8 आ जाएगा। अगर 2 8 नु डिवाइड करता है तो 2 माइनस 8 नु भी करता होगा। मीन अगर 2 किसी नंबर नु डिवाइड करता है a माइनस b तो 2 उससे दे माइनस नु भी तो डिवाइड करता है। 2 6 नु डिवाइड करता है माइनस 6 नु भी करता है 10 नु करता है माइनस 10 नु भी करता है। तक ये सही है। शुरुआत की करिए a b नु रिलेशन च मनने जे a b रिलेशन च है तो a b ਦੀਆਂ ਕੰਡੀਸ਼ਨਾਂ ਮੰਨੀਆਂ ए बी दियां कंडीशंस तो मैं बी ए दियां कंडीशंस बना लिया। ए बी दियां कंडीशंस तो मैं बी ए दी कंडीशन बना लिया। हियर बी ए बिलोंग टू जेड एंड 2 डिवाइड बी माइनस ए इट मीन ए पहली कंडीशन बी ए दी ए दूसरी कंडीशन बी ए दी इट मीन बी ए बिलोंग टू आर। बी ए भी रिलेशन से बिलोंग करता है बी ए ने भी रिलेशन वाली कंडीशन फॉलो कर रही है। इथों की हो गया इट इज अ सिमेट्रिक। अब ये वाला रिलेशन की हो गया बच्चे सिमेट्रिक हो गया। चले नंबर 3 सिमेट्रिक तो बाद की गल कर रहे हैं ट्रांसिटिविटी की मैं गल कर रहे हैं। ट्रांसिटिव मतलब दो गल्लां मननियां ने तीजी गल बनानी है। ट्रांसिटिव वास्ते ए बी रिलेशन जे मान लो बी सी भी रिलेशन जे मान लो ਤੇ ਸੋਲਵ ਕਰਦੇ AC ਨੂੰ ਰਿਲੇਸ਼ਨ ਚ ਬਣਾਓ। ਤੁਸੀਂ ਕਹੋ ਜੇ AB ਰਿਲੇਸ਼ਨ ਚ ਹੈ ਇਹ ਮੰਨਣਾ ਹੈ ਐਸ अगर AB ਰਿਲੇਸ਼ਨ ਚ ਹੈ ਇਹਦਾ ਮਤਲਬ AB ਦੋਨੋਂ ਦੇ ਦੋਨੋਂ ਇੰਟੀਜਰ ਨੇ। ਜੇ ਕੋਈ ਰਿਲੇਸ਼ਨ ਚ ਹੈ ਤਾਂ ਇਹਨਾਂ ਰਿਲੇਸ਼ਨ ਦੀ ਕੰਡੀਸ਼ਨ ਮੰਨਦੇ ਆ। ਅਗਰ AB ਹੈ ਦੋਨੋਂ ਰਿਲੇਸ਼ਨ ਚ ਨੇ ਦੋਨੋਂ Z ਨੇ ਤੇ ਜਿਹੜਾ 2 ਹੈ ਉਹ ਡਿਵਾਈਡਸ ਕਰਦਾ ਹੋਏਗਾ A B ਨੂੰ। ਇਹ ਪਹਿਲੀ ਕੰਡੀਸ਼ਨ मैं ऐड पा देता। BC भी रिलेशन है ਤੁਸੀਂ ਕਹੋ BC रिलेशन है ना मतलब BC दोनों इंटीजर ने एंड 2 जो है वो डिवाइड्स करता होएगा B C। ठीक है जी। अगर AB रिलेशन है तो कंडीशन है अगर BC रिलेशन है तो BC वाली कंडीशन भी है। ਹੁਣ ਇਹਨਾਂ ਨੂੰ ਕੰਬਾਈਨ ਕਰ ਰਹੇ AB भी रिलेशन है BC इट मीन A B C तीनों ਦੇ तीनों रिलेशन ਚ ਨੇ इंटीजर ने। ए भी इंटीजर है अगर a b इंटीजर है b c है ना मतलब a b c तीनों ही इंटीजर हो गए। एंड जेड़ा 2 डिवाइड्स किनु करता है 2 डिवाइड्स a b नु भी कर रहे हैं एंड 2 डिवाइड b c नु भी कर रहे हैं।
अगली गल सुनते हैं ए बी सी बिलोंग टू Z जेड़ा 2 है इनू भी डिवाइड कर रहा है 2 इनू भी डिवाइड अगर 2 इन्हां दोनों को डिवाइड कर रहा है जस्ट सपोज करो 6 है ते 8 है 2 6 ਨੂੰ ਵੀ ਡਿਵਾਈਡ ਕਰ ਰਿਹਾ 2 6 ਨੂੰ ਵੀ ਡਿਵਾਈਡ ਕਰ ਰਿਹਾ ਤਾਂ ਕਿ 2 ਇਹਨਾਂ ਦੋਨਾਂ ਦੀ ਐਡੀਸ਼ਨ ਨੂੰ ਡਿਵਾਈਡ ਕਰੇਗਾ ਬਿਲਕੁਲ 2 ਡਿਵਾਈਡ ਪਹਿਲਾ ਨੰਬਰ अगर कोई नंबर इनू भी डिवाइड कर रहा है 2 इनू भी डिवाइड कर रहा है 2 b - c ਨੂੰ ਵੀ डिवाइड कर रहा है तो 2 ਇਹਨਾਂ ਦੋਨਾਂ ਦੀ ਐਡੀਸ਼ਨ ਨੂੰ ਵੀ डिवाइड करेगा एक्चुअल ਜੇ मैं a b c बिलोंग टू Z ਤਾਂ ਇਹ ਕਹਿਣਾ ਚਾਹਨਾ 2 डिवाइड्स कैंसिल आउट हो गया a - c मैं ac ਦੀ ਕੰਡੀਸ਼ਨ ਬਣਾਉਣਾ ਚਾਹਨਾ अगर तीनों इंटीजर ने ताकि मैं c ਤੇ a लिखदा b छोड़ना अगर a b c तीनों इंटीजर ने तो ac भी इंटीजर ही होएगा एंड 2 की करता होएगा डिवाइड्स करता होएगा a - c देखो कि इट इज अ कंडीशन पर ये एज ए कंडीशन है जिसदे नाल ac एंट्री कर रहा है देखो a ते c दोनों इंटीजर ने ते 2 इन्हां दोनों दी सबट्रैक्शन r दी कंडीशन की सी r दी पहली कंडीशन दोनों इंटीजर चाहिए हैं ते 2 इन्हां दोनों दी सबट्रैक्शन ਨੂੰ डिवाइड कर रहे ਤੁਸੀਂ देखो दोनों इंटीजर ने ते 2 इन्हां दोनों दी कंडीशन अगर ये दोनों ने रूल फॉलो कर लिया है इट मीन ए एंट्री करेगा इन रिलेशन से एंट्री की कंडीशन पता लगी हम देखिया कि शुरुआत की करी सी ए बी बिलोंग टू आर बी सी बिलोंग टू आर ए सी बिलोंग टू आर अपने आप बन गया इट मीन एक ही बन गया साडा रिलेशन ट्रांजिटिव बन गया रिफ्लेक्सिव भी हो गया सिमेट्रिक भी हो गया ट्रांजिटिव रिफ्लेक्सिव सिमेट्रिक ट्रांजिटिव अगर दोनों आ जाए इट मीन it is equivalence relation it is equivalence relation कदों ਹੁੰਦਾ है ਜਦੋਂ रिफ्लेक्सिव सिमेट्रिक ਤੇ ट्रांजिटिव तीनों कंडीशन फॉलो कर लागे थैंक यू आगे चल गया जी क्वेश्चन नंबर 3 ਤੇ देखते हैं कहते शो r relation defined on set z वही दो ऑर्डर्ड पेयर से दोनों के दोनों इंटीजर होने चाहिए ने a - b is divisible by 5 इन्होंने लिखा है a - b is divisible by 5 इनका मतलब पता है की है 5 divides a minus b a minus b is divisible by 5 mean 5 divides a minus b बिल्कुल सेम क्वेश्चन है जस्ट मैं ता लेके चलिया ताकि ਆਪਾਂ थोड़ा सा रिवाइज कर लिए ऑर्डर पेयर a b चे दोनों दे दोनों इंटीजर ने ते a minus b is divisible by 5 शुरुआत करते हैं सब तो पहले रिलेशन की उन्होंने पूछा सारा का सारा करके कहना उन्होंने क्वेश्चन में हाफ लिखा शो इक्विवेलेंस कहते हैं शो करो ये रिलेशन की है इक्विवेलेंस वास्ते मतलब रिफ्लेक्सिव सिमेट्रिक ट्रांजिटिव ते नाम हां करनी सब तो पहला ਆਪਾਂ शुरू करते हैं रिफ्लेक्सिव ते रिफ्लेक्सिव किवें करांगे रिफ्लेक्सिव वास्ते ਤੁਸੀਂ a रिलेशन च लेके आना है ਤੁਸੀਂ ਦੱਸੋ जे a ते a दोनों की ले लो इंटीजर अगर a ते इंटीजर ले लो b की जगह पे ते a माइनस a की बनेगा 0 बनेगा अगर दोनों इंटीजर ले लो दोनों के सबट्रैक्शन की बनेंगे 0 एंड 0 इज divisible by 5 एक्चुअल जे 0 is divisible by 1 0 is 0 ਨੂੰ ਕਿਸੇ ਨੰਬਰ ਨਾਲ ਵੀ ਡਿਵਾਈਡ ਕੀਤਾ ਜਾ ਸਕਦਾ ਹੈ ਤਾਂ ਦੇਖੋ ਅਗਰ ਇਹ ਦੋਨੋਂ ਸੇਮ ਹੈ ਤੇ ਦੋਨਾਂ ਦੀ ਸਬਟ੍ਰੈਕਸ਼ਨ ਨੂੰ ਡਿਵਾਈਡ ਕੌਣ ਕਰਦਾ ਹੈ 5 ਅਗਰ ਇਹ ਦੋਨੋਂ ਰੂਲ ਫੋਲੋ ਕਰਦੇ ਨੇ ਜਿਹੜੇ ਦੋਨੋਂ ਇੰਟੀਜਰ ਹੋਣ ਤੇ ਦੋਨਾਂ ਦੀ ਸਬਟ੍ਰੈਕਸ਼ਨ ਨੂੰ 5 ਡਿਵਾਈਡ ਕਰਦਾ ਹੋਵੇ ਉਹ पेयर बन के रिलेशन च आ जाते हैं वो पेयर बन के देयरफॉर ये दोनों पेयर बन के रिलेशन च आ गए ने दोनों पेयर बन के रिलेशन च आ गए ने देयरफॉर एक ही बन गया रिफ्लेक्सिव हो गया है ठीक है जी रिफ्लेक्सिव हो गया नेक्स्ट सिमेट्री वास्ते की करना होता है सिमेट्रिक वास्ते असि की करना होता है एक चीज मननी होती है दूसरी बनानी होती है तुसी की कंसीडर करते हो सिमेट्रिक वास्ते कंसीडर a b belong to r ए बी नु r च मानते हो अगर ए बी r च है सुनो ये एलिमेंट अगर r च है तो एक कंडीशंस भी मानेगा अगर ए बी बिलोंग टू r है इट मीन दोनों दे दोनों ही इंटीजर होंगे एंड जेड़ा a माइनस b है वो की होएगा डिविजिबल बाय 5 दोनों दे दोनों इंटीजर होंगे तो दोनों दी सबट्रैक्शन इज डिविजिबल बाय 5 अगर ये दोनों इंटीजर है ताकि b a इंटीजर भी होएगा एंड अगर a नंबर 5 ਨਾਲ डिवाइड अगर कोई नंबर a b 5 ਨਾਲ डिवाइड हो जाता है तो ਉਹਨੂੰ माइनस कर दो ਤਾਂ ਵੀ 5 ਨਾਲ डिवाइड जस्ट सपोज करो ਇਹਦਾ आंसर आएगा 10 10 is divisible by 5
ਤੇ ਅਗਰ ਇਹ -10 ਹੋ ਜਾਂਦਾ ਤਾਂ -10 b ਡਿਵੀਜ਼ੀਬਲ ਬਾਈ 5 ਹੁੰਦਾ ਹੈ। अगर a minus b divisible by 5 है तो b minus a is divisible by 5 बिल्कुल जी a भी divisible by 5 होएगा। ਹੁਣ ਤੁਸੀਂ ਦੇਖੋ ਕੌਣ ਆ ਰਿਹਾ ਹੈ b a ने कंडीशन पहली मान ली तो b a ने कंडीशन दूसरी मानी। कंडीशन पहली दोनों इंटीजर, कंडीशन दूसरी दिस इज divisible by 5। a b ਦੀ ਜਗ੍ਹਾ ਤੇ ਕੌਣ ਕੰਡੀਸ਼ਨ ਮੰਨ ਰਿਹਾ ਹੈ b a। ਜੋ ਕੰਡੀਸ਼ਨ ਮੰਨ ਰਿਹਾ ਹੈ ਉਹ ਸਾਡੇ ਸੈੱਟ ਦੇ ਵਿੱਚ, ਉਹ ਸਾਡੇ ਰਿਲੇਸ਼ਨ ਦੇ ਵਿੱਚ ਆ ਜਾਏਗਾ। ਸ਼ੁਰੂਆਤ ਕਿੱਥੋਂ ਕਰੀ ਸੀ AB ਨੂੰ ਰਿਲੇਸ਼ਨ 'ਚ ਮੰਨਿਆ ਤੇ B ਰਿਲੇਸ਼ਨ 'ਚ ਆ ਗਿਆ। ਅਗਰ B ਰਿਲੇਸ਼ਨ 'ਚ ਆ ਗਿਆ ਹੈ ਇਟ ਮੀਨ ਇਹ ਕੀ ਹੋ ਗਿਆ ਸਿਮੈਟ੍ਰਿਕ। ਹੌਲੀ ਹੌਲੀ ਤੁਹਾਨੂੰ ਇਹਦਾ ਲੌਜੀਕ ਸਮਝਣ ਆਉਣ ਲੱਗ ਪੈਣਗੇ। ਨੰਬਰ 3 ਪਾਰਟ ਹੈ ਦੈਟ ਇਜ਼ ਟ੍ਰਾਂਜ਼ਿਟਿਵ। ਟ੍ਰਾਂਜ਼ਿਟਿਵ ਵਾਸਤੇ ਕੀ ਕਰਾਂਗੇ ਦੋ ਜਣਿਆਂ ਨੂੰ ਰਿਲੇਸ਼ਨ 'ਚ ਮੰਨਾਂਗੇ, ਤੀਸਰੇ ਨੂੰ ਰਿਲੇਸ਼ਨ 'ਚ ਅਸੀਂ ਬਣਾਵਾਂਗੇ। ਸਭ ਤੋਂ ਪਹਿਲਾਂ ਕੀ ਮੰਨ ਰਹੇ ਹਾਂ AB belong to R and BC belong to R। AB ਵੀ R 'ਚ ਮੰਨਿਆ, BC ਵੀ R 'ਚ ਮੰਨਿਆ। ਅਗਰ AB R 'ਚ ਹੈ ਇਹਦਾ ਮਤਲਬ ਦੋਨੋਂ ਦੇ ਦੋਨੋਂ ਇਹ ਇੰਟੀਜ਼ਰ ਨੇ ਤੇ ਨਾਲ ਹੋਰ ਕੀ ਹੋਏਗੀ A minus B is divisible by 5। BC belong to R ਦਾ ਮਤਲਬ ਕੀ ਹੈ B ਤੇ C ਦੋਨੋਂ ਹੀ ਇੰਟੀਜ਼ਰ ਨੇ and B minus C is divisible by 5। ਠੀਕ ਹੈ ਜੀ। ਹੁਣ ਇਹਨਾਂ ਦੋਨਾਂ ਨੂੰ ਜੁਆਇਨ ਕਰ ਦੋ। ਜੁਆਇਨ ਕੀ ਕਰਿਆ ਅਗਰ A B ਇੰਟੀਜ਼ਰ ਨੇ B C ਇੰਟੀਜ਼ਰ ਨੇ ਇਹਦਾ ਮਤਲਬ A B C ਤਿੰਨੋਂ ਇੰਟੀਜ਼ਰ ਨੇ and A minus B ਵੀ ਤੇ B minus C ਵੀ ਦੋਨੋਂ ਹੀ ਕੀ ਨੇ ਦੋਨੋਂ ਹੀ divisible by 5 ਨੇ। A ਵੀ divisible by 5 ਹੈ, A ਵੀ divisible by 5 है। अगर ये दोनों ही divisible by 5 ने ये भी 5 ਨਾਲ ਪੂਰਾ ਡਿਵਾਈਡ ਹੋ ਜਾਂਦਾ ਹੈ ਵੀ ਤਾਂ ਇਹਨਾਂ ਦੋਨਾਂ ਦੀ ਐਡੀਸ਼ਨ ਵੀ ਤਾਂ divisible by 5 ਹੋਏਗੀ। ਅਗਰ 10 divisible by 5 ਹੈ 15 divisible by 5 ਹੈ ਤਾਂ ਉਹਨਾਂ ਦੋਨਾਂ ਦੀ ਐਡੀਸ਼ਨ ਕਰ ਦੋ 25 ਵੀ ਤਾਂ divisible by 5 ਆਏਗਾ। ਇਟ ਮੀਨ ਹੋ ਕਿ ਯਾਰ A B C belong to Z and B cancel out A minus C is divisible by 5। B छोड़ दो तीनों इंटीजर है A ਤੇ C भी तो इंटीजर होंगे ਤੇ A minus C is divisible by 5। ਹੁਣ ਤੁਸੀਂ ਦੇਖੋ ਮੈਂ ਕਰਦਾ ਕੀ ਕਰ ਰਿਹਾ A ਵੀ ਹੈ A ਵੀ ਹੈ। ਅਗਰ ਇਹ ਦੋਨੋਂ ਦੀਆਂ ਦੋਨੋਂ ਗੱਲਾਂ ਮੰਨੀਆਂ ਜਾ ਰਹੀਆਂ ਦੋਨੋਂ ਦੇ ਦੋਨੋਂ ਇੰटीजर ਨੇ ਦੋਨਾਂ ਦੀ ਸਬਟ੍ਰੈਕਸ਼ਨ divisible by 5 ਹੈ ਇਟ ਮੀਨ A C ਕਿੰਦੇ 'ਚ ਆ ਜਾਏਗਾ ਰਿਲੇਸ਼ਨ 'ਚ ਆ ਜਾਏਗਾ। A B ਰਿਲੇਸ਼ਨ 'ਚ ਸੀ B C ਰਿਲੇਸ਼ਨ 'ਚ ਸੀ A C ਰਿਲੇਸ਼ਨ 'ਚ ਆ ਗਿਆ इट मीन ये रिलेशन की बन गया ट्रांजिटिव बन गया। जो रिलेशन रिफ्लेक्सिव भी होए सिमेट्रिक भी होवे ट्रांजिटिव भी होवे उन्होंने ਅਸੀਂ ਕੀ ਬੋਲਦੇ ਆ ਉਹ ਰਿਲੇਸ਼ਨ ਕੀ ਬਣ ਜਾਂਦਾ ਹੈ ਅਖੀਰ ਤੇ ਇਕੁਇਵੈਲੈਂਸ ਰਿਲੇਸ਼ਨ। पहले दूसरे दिन ਆਪਾਂ ਗੱਲ ਕਰੀ ਸੀ ਇਕੁਇਵੈਲੈਂਸ ਰਿਲੇਸ਼ਨ ਕੀ ਹੁੰਦਾ ਹੈ। ਨੋਟ ਕਰ ਲਓ ਬੱਚੇ ਬਹੁਤ ਇੰਪੋਰਟੈਂਟ ਕੁਐਸਚਨ ਸੀ। थोड़े ਜਿਹੇ टफ क्वेश्चन है आज दे लेकिन जो आप कल काम करना है डे 4 से जो काम करना है बिल्कुल सेम रिपीट काम करना है कुछ नवा नहीं है। डे 4 का काम डे 4 ਦਾ ਕੰਮ ਬਿਲਕੁਲ ਰਿਪੀਟ ਹੈ डे 3 ਵਰਗਾ ਹੀ ਹੈ। ਤਾਂ ਆਪਾਂ ਨੂੰ ਥੋੜੇ ਲੌਜਿਕਸ ਹੋਰ ਕਲੀਅਰ ਹੋਣ ਲੱਗ ਪੈਣਗੇ। ਥੈਂਕ ਯੂ।